किसी भी मुद्दे की हो बात, हम नहीं डरे, नहीं झुके। धर्म या राजनीति की हो खबर, हमेशा बने आपकी आवाज। आपके विश्वास ने ही बनाया हमें निडर। 6 राज्य, एक अखबार, दैनिक सवेरा, अंधेरे से उजाले की ओर। DS ਸਵੇਰਾ TV ਲੈ ਕੇ ਆਇਆ ਸਵੇਰਾ ਨੈਟ ਬ੍ਰੌਡਬੈਂਡ, ਜਿਸ ਵਿੱਚ ਤੁਹਾਨੂੰ ਮਿਲੇਗਾ ਡਬਲ ਸਪੀਡ ਧਮਾਕਾ ਆਫਰ, ਫ੍ਰੀ ਇੰਸਟਾਲੇਸ਼ਨ, ਪੇ ਫॉर 3 ਮੰਥ 6 ਮੰਥ ਅਨਲਿਮਿਟਡ ਡਾਟਾ। ਸਾਡੀਆਂ ਇਹਨਾਂ ਸਕੀਮਾਂ ਦੇ ਨਾਲ ਤੁਸੀਂ ਲੈ ਸਕਦੇ ਹੋ ਬੇਹੱਦ ਲਾਭ। ਹੋਰ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 08069111000 ਤੇ। पंज तत्तां च विलीन होए शिव सेना दे आगू सुधीर सूरी अंतिम यात्रा च समर्थकां दा उमरिया हजूम। मुअत्तली तो बाद बीबी जगीर कौर ने मीडिया नाल कीती गलबात, कहा सिक्खां दी सेवा लई तैयार रहांगी। आर्य समाज मंदिर शहीद भगत सिंह नगर विखे विशेष हफ्तावारी यज्ञ दा आयोजन, संगतां ने लिया वध चढ़ के हिस्सा। सत श्री अकाल, मैं जानवी बिठल सवेरा सिटी जलंधर दे विच स्वागत करदी हां ते हुण खबरां विस्तार च। अमृतसर च गोलियां मार के कतल किए गए शिव सेना के आगू सुधीर सूरी का अज अंतिम संस्कार कर दिता गया। अंतिम संस्कार मौके परिवारक मैंबरों तो इलावा भाजपा की साबका मंत्री लक्ष्मीकांत चावला सने कई महान शख्सियतां समेत वड्डी गिनती च समर्थक मौजूद सन। सुधीर सूरी की अंतिम यात्रा उन्होंने घर तो शुरू होकर उन्होंने दफ्तर साइन ट्रैवल तो हुंदी हुई दुर्गियाना मंदिर शिवपुरी पहुंची। घर विच अंतिम रस्मां निभाउण मगरों सुधीर सूरी की मृतक देह नूं आखिरी बार घर नेड़े उन्हां वल्लों बनाए गए साईं बाबा के मंदिर च लिजाया गया सी। फिर इत्थों अंतिम यात्रा दुर्गियाना मंदिर शिवपुरी च स्थित शमशान घाट पहुंची, जिथे नम अखां नाल सुधीर सूरी नूं अंतिम विदाई दित्ती गई। ਤਾਂ ਹੁਣ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਦਾ ਅੰਤਿਮ ਸੰਸਕਾਰ ਕੁਝ ਸਮੇਂ ਬਾਅਦ ਹੋਣ ਜਾ ਰਿਹਾ ਹੈ, ਕਿਉਂਕਿ ਤੁਹਾਨੂੰ ਦੱਸ ਦਈਏ ਪਰਿਵਾਰ ਦੇ ਆਰੋਪ ਸੀਗੇ ਵੀ ਕੁਝ ਹਿੰਦੂ ਲੀਡਰ ਜਿਹੜੇ ਕਿ ਨਜ਼ਰਬੰਦ ਕੀਤੇ ਗਏ ਨੇ, ਭਾਵੇਂ ਉਹ ਅੰਮ੍ਰਿਤਸਰ ਸ਼ਹਿਰ ਦੇ ਲੋਕਲ ਸੀਗੇ ਤੇ ਭਾਵੇਂ ਉਹ ਸ਼ਹਿਰ ਤੋਂ ਦੂਸਰੇ ਸ਼ਹਿਰਾਂ ਤੋਂ ਆਣੇ ਸੀਗੇ, ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀਗਾ। ਜਦੋਂ ਪਰਿਵਾਰ ਨੂੰ ਪਤਾ ਲੱਗਦਾ ਵੀ ਕੁਝ ਨੇਤਾ ਨਜ਼ਰਬੰਦ ਕੀਤੇ ਗਏ ਨੇ ਤਾਂ ਉਸ ਤੋਂ ਬਾਅਦ ਪਰਿਵਾਰ ਵੱਲੋਂ ਇੱਕ ਸਟੇਟਮੈਂਟ ਆਉਂਦੀ ਹੈ ਵੀ ਹੁਣ ਜਿਹੜਾ ਸੰਸਕਾਰ ਉਦੋਂ ਹੀ ਕੀਤਾ ਜਾਵੇਗਾ ਜਦੋਂ ਇਹ ਨੇਤਾ ਜਿਹੜੇ ਕਿ ਨਜ਼ਰਬੰਦ ਕੀਤੇ ਗਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਔਰ ਪੁਲਿਸ ਆਪਣੀ ਪ੍ਰੋਟੈਕਸ਼ਨ ਵਿੱਚ ਇੱਥੇ ਉਹਨਾਂ ਨੂੰ ਲੈ ਕੇ ਆਏਗੀ। ਤਾਂ ਉਸ ਤੋਂ ਬਾਅਦ ਪੁਲਿਸ ਦੇ ਆਸ਼ਵਾਸਨ ਤੋਂ ਬਾਅਦ ਜਿਹੜੇ ਨਜ਼ਰਬੰਦ ਕੀਤੇ ਗਏ ਸੀਗੇ ਹਿੰਦੂ ਨੇਤਾ ਉਹਨਾਂ ਨੂੰ ਰਿਹਾ ਕਰਨ ਤੋਂ ਬਾਅਦ ਹੁਣ ਪਰਿਵਾਰ ਵੱਲੋਂ ਨਵੀਂ ਸਟੇਟਮੈਂਟ ਆਈ ਹੈ ਵੀ ਹੁਣ ਕੁਝ ਸਮੇਂ ਬਾਅਦ ਹੀ ਜਿਹੜਾ ਕਿ ਸ਼ਵ ਯਾਤਰਾ ਜਿਹੜੀ ਕੱਢੀ ਜਾਏਗੀ ਤੇ ਕੁਝ ਸਮੇਂ ਬਾਅਦ ਹੀ ਅੰਤਿਮ ਸੰਸਕਾਰ ਜਿਹੜਾ ਸੁਧੀਰ ਕੁਮਾਰ ਸੂਰੀ ਦਾ ਉਹ ਕੀਤਾ ਜਾਵੇਗਾ। ਵਾਹਨ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਔਰ ਉਸ ਦੇ ਅੱਗੇ ਫਰੰਟ ਤੇ ਸੁਧੀਰ ਕੁਮਾਰ ਸੂਰੀ ਦੀ ਵੱਡੀ ਫੋਟੋ ਜਿਹੜੀ ਉਹ ਲਗਾਈ ਗਈ ਹੈ। ਤਾਂ ਸੁਧੀਰ ਕੁਮਾਰ ਸੂਰੀ ਦੇ ਜਿਹੜੇ ਕਿ ਸਹਿਯੋਗੀ ਨੇ ਕੌਸ਼ਲ ਸ਼ਰਮਾ ਉਹਨਾਂ ਨਾਲ ਗੱਲਬਾਤ ਕਰ ਲੈਣ। ਕੌਸ਼ਲ ਜੀ, ਕੀ ਹੋਇਆ ਸੀ ਪਹਿਲੇ ਜਿਹੜਾ ਕਿ ਸੰਸਕਾਰ ਦਾ ਸਮਾਂ ਜਿਹੜਾ ਕਿ ਪਹਿਲੇ ਲੇਟ ਕੀਤਾ ਗਿਆ? ਸਰ ਲੇਟ ਕੀਤਾ ਗਿਆ ਸੀ ਕਿ ਵੀ ਸਾਡੇ ਕੁਝ ਬੰਦੇ ਆਉਣ ਵਾਲੇ ਸੀ ਬਾਹਰੋਂ, ਕੁਝ ਗੱਡੀਆਂ ਰਸਤੇ 'ਚ ਰੋਕੀਆਂ ਗਈਆਂ ਸੀ ਸਿਕਿਉਰਿਟੀ ਪ੍ਰੋਸੀਜਰ ਕਰਕੇ। ਉਹ ਕਹਿ ਕੇ ਅਫਸਰਾਂ ਨੂੰ ਮੈਸੇਜ ਦਿੱਤਾ, ਉਹਨਾਂ ਨੇ ਉਹਨਾਂ ਨੂੰ ਛੁਡਾ ਦਿੱਤੀਆਂ ਗੱਡੀਆਂ ਜਿੱਥੇ ਇੱਥੇ ਡੱਕੀਆਂ ਸੀ। ਕੁਝ ਬੰਦੇ ਘਰਾਂ 'ਚ ਸੀ, ਕੋਈ ਲੋਕਲ ਘਰ ਡੱਕੇ ਸੀ, ਸਭ ਛੱਡ ਦਿੱਤੇ ਗਏ, ਪਹੁੰਚ ਗਏ ਆ। ਜਿਹੜੇ ਬਾਹਰੋਂ ਆ ਰਹੇ ਉਹ ਰਸਤੇ 'ਚ ਪਹੁੰਚਣਗੇ, ਉਹਨਾਂ ਨੂੰ ਟਾਈਮ ਵੀ ਲੱਗ ਸਕਦਾ, ਪਰ ਆਪਾਂ 5 ਤੋਂ 10 ਮਿੰਟ ਦੇ ਵਿੱਚ ਸ਼ਵ ਯਾਤਰਾ ਸ਼ੁਰੂ। ਪਰ ਅਸਮੰਜਸ ਦੀ ਸਥਿਤੀ ਲਗਾਤਾਰ ਬਣੀ ਹੋਈ, ਬਿਆਨ ਲਗਾਤਾਰ ਬਦਲ ਰਹੇ ਨੇ। ਸਰ ਬਿਆਨ ਤਾਂ ਬਦਲ ਰਿਹਾ ਕਿ ਜਦੋਂ ਪਰਿਵਾਰ ਨੂੰ ਕਾਲ ਆਉਂਦੀ ਹੈ ਕਿ ਸਾਨੂੰ ਨਹੀਂ ਆਉਣ ਦਿੱਤਾ ਗਿਆ, ਉਹਨਾਂ ਦੇ ਮਨ ਸੰਤੁਲਨ ਟਿਕਾਣੇ ਨਹੀਂ, ਹਰ ਕਿਸੇ ਨੂੰ ਠੇਸ ਪਹੁੰਚਦੀ ਹੈ ਯਾਰ ਜੇ ਕੋਈ ਸਾਡੇ ਪਰਿਵਾਰ ਨਾਲ ਜੁੜਿਆ ਉਹ ਪਹੁੰਚੇ, ਦਰਸ਼ਨ ਕਰੇ। ਇਸ ਲਈ ਉਹਨਾਂ ਨੇ ਕਹੀ ਸੀ ਇੰਨੀ ਗੱਲ ਕਿ ਵੀ ਸਭ ਨੂੰ ਆਉਣਾ ਚਾਹੀਦਾ। ਇਸ ਪਰਿਵਾਰ ਨਾਲ ਤੁਹਾਡੀ ਗੱਲ ਹੋਈ? ਕਨਫਰਮ ਸਮਾਂ ਕਿੰਨੇ ਵਜੇ ਦਾ ਹੈਗਾ? ਸ਼ਵ ਯਾਤਰਾ ਕਿੰਨੇ ਵਜੇ ਨਿਕਲਣੀ ਹੈ? ਇਹ ਦੇਖੋ, ਇਹ ਧਨੌਲੀ ਸਾਹਿਬ ਦਾ ਹੀ ਫੋਨ ਆ ਗਿਆ, ਉਹਨਾਂ ਨੂੰ ਬਾਹਰੋਂ ਸੀਲ ਕਰ ਦਿੱਤਾ ਗਿਆ ਕਿ ਵੀ ਸਮਾਂ ਵੱਧ ਤੋਂ 5-10 ਮਿੰਟ 'ਚ ਆਪਾਂ ਚੱਲ ਪਣਾ, ਅੰਦਰ ਪੂਜਾ ਹੋ ਰਹੀ ਹੈ। ਵੱਧ ਤੋਂ 5 ਜਿਹੜੀਆਂ ਅੰਤਿਮ ਸੰਸਕਾਰ ਦੀ ਰਸਮਾਂ ਜਿਹੜੀਆਂ ਹੁਣ ਅਦਾ ਕੀਤੀਆਂ ਜਾ ਰਹੀਆਂ ਹੋ ਰਹੀਆਂ ਜੀ, ਹੋ ਰਹੀਆਂ। ਕਿੰਨਾ ਸਮਾਂ ਹੋਰ ਲੱਗ ਸਕਦਾ ਜੀ? 10 ਤੋਂ 15 ਮਿੰਟ। 12 ਵਜੇ ਲੱਗਣ, ਮਤਲਬ ਕਿ 11:30 ਹੋ ਗਏ ਆ, 12 ਵਜੇ ਆਪਾਂ 11:30 12 ਜਿਹੜਾ ਟਾਈਮ ਤੁਸੀਂ ਪਹਿਲੇ ਦਿੱਤਾ ਸੀਗਾ 12 ਵਜੇ ਨਿਕਲ ਤਾਂ ਬਿਲਕੁਲ ਜੀ ਕਰੀਬ 11:15 ਦਾ ਸਮਾਂ ਹੋ ਚੱਲਾ ਹੈ ਔਰ 12 ਵਜੇ ਦੇ ਫਿਰ ਕਰੀਬ ਜਿਹੜਾ ਕਿ ਇਹ ਸ਼ਵ ਯਾਤਰਾ ਜਿਹੜੀ ਇੱਥੋਂ
ਕੱਢਣ ਦੀਆਂ ਤਿਆਰੀਆਂ ਜਿਹੜੀਆਂ ਕਿ ਉਹ ਕੀਤੀ ਜਾ ਰਹੀਆਂ ਨੇ। ਅੰਤਿਮ ਸੰਸਕਾਰ ਵਾਸਤੇ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਰਸਮਾਂ ਜਿਹੜੀਆਂ ਕਿ ਹੁਣ ਅਦਾ ਕੀਤੀ ਜਾ ਰਹੀਆਂ ਨੇ, ਕਿਉਂਕਿ ਪਹਿਲਾਂ ਪਰਿਵਾਰ ਨੇ ਇੱਕ ਵੱਡੀ ਸਟੇਟਮੈਂਟ ਦਿੱਤੀ ਸੀ ਕਿ ਜਿਹੜੇ ਹਿੰਦੂ ਲੀਡਰ ਜਿਹੜੇ ਕਿ ਨਜ਼ਰਬੰਦ ਕੀਤੇ ਗਏ ਨੇ ਘਰਾਂ ਵਿੱਚ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ, ਉਹਨਾਂ ਤੱਕ ਸੰਸਕਾਰ ਜਿਹੜਾ ਉਹ ਨਹੀਂ ਕੀਤਾ ਜਾਵੇਗਾ। ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਹਿੰਦੂ ਨੇਤਾ ਘਰਾਂ ਵਿੱਚ ਨਜ਼ਰਬੰਦ ਕੀਤੇ ਗਏ ਸੀ, ਭਾਵੇਂ ਉਹ ਲੋਕਲ ਲੈਵਲ ਦੇ ਸੀਗੇ ਭਾਵੇਂ ਹੋਰ ਦੂਸਰੇ ਸ਼ਹਿਰਾਂ ਦੇ ਸੀਗੇ, ਤੇ ਉਹਨਾਂ ਨੂੰ ਰਿਲੀਜ਼ ਕੀਤਾ ਗਿਆ। ਤੇ ਉਸ ਤੋਂ ਬਾਅਦ ਹੁਣ ਪਰਿਵਾਰ ਜਿਹੜਾ ਕਿ ਅੰਤਿਮ ਸੰਸਕਾਰ ਵਾਸਤੇ ਜਿਹੜਾ ਕਿ ਰਾਜ਼ੀ ਹੋ ਗਿਆ ਔਰ ਕੁਝ ਸਮੇਂ ਬਾਅਦ ਹੀ ਅੰਤਿਮ ਸੰਸਕਾਰ ਜਿਹੜਾ ਕਿ ਕੀਤਾ ਜਾਵੇਗਾ। ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਵਾਹਨ ਜਿੱਥੇ ਕਿ ਅੰਤਿਮ ਸੰਸਕਾਰ ਵਾਸਤੇ ਜਿਹੜੀ ਕਿ ਡੈੱਡ ਬੋਡੀ ਜਿਹੜੀ ਉਹ ਲਿਜਾਈ ਜਾਵੇਗੀ। ਸ਼ਵ ਯਾਤਰਾ ਜਿਹੜੀ ਇਸ ਵਾਹਨ 'ਚ ਕੱਢੀ ਜਾਏਗੀ, ਜਿੱਥੇ ਕਿ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਦੀ ਵੱਡੀ ਫੋਟੋ ਜਿਹੜੀ ਉੱਥੇ ਲਗਾਈ ਗਈ ਹੈ। ਨਾਲ ਹੀ ਫੁੱਲਾਂ ਨਾਲ ਜਿਹੜੀ ਗੱਡੀ ਜਿਹੜੀ ਪੂਰੀ ਉਹ ਸਜਾਈ ਗਈ ਹੈ ਤੇ ਵੱਡੀ ਗਿਣਤੀ ਵਿੱਚ ਹਿੰਦੂ ਜਥੇਬੰਦੀਆਂ ਦੇ ਆਗੂ ਸਾਹਿਬਾਨ ਇੱਥੇ ਪਹੁੰਚ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਵਾਲੀ ਅਕਾਲੀ ਦਲ ਤੋਂ ਮੁਅੱਤਲ ਕੀਤੀ ਗਈ ਬੀਬੀ ਜਗੀਰ ਕੌਰ ਨੇ ਅੱਜ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਜਿੱਥੇ ਉਹਨਾਂ ਨੇ ਸਪਸ਼ਟ ਕਿਹਾ ਕਿ ਉਹਨਾਂ ਨੇ ਅਜਿਹਾ ਕੁਝ ਨਹੀਂ ਕੀਤਾ ਕਿ ਜਿਸ ਕਰਕੇ ਉਹਨਾਂ ਨੂੰ ਮੁਅੱਤਲ ਕੀਤਾ ਜਾਵੇ। ਬੀਬੀ ਨੇ ਕਿਹਾ ਕਿ ਪਹਿਲਾਂ ਹੀ ਸਿੱਖਾਂ ਦੀ ਸੇਵਾ ਕਰਦੀ ਰਹੀ ਹੈ ਤੇ ਇਸ ਵਾਰ ਵੀ ਉਹ ਇਸ ਅਹੁਦੇ ਦੇ ਲਈ ਮੈਦਾਨ ਵਿੱਚ ਉਤਰੀ ਹੈ, ਜੋ ਕਿ ਗਲਤ ਨਹੀਂ। ਨਾਲ ਇੱਕ ਵਾਅਦਾ ਹੈ ਕਿ ਸੇਵਾ ਮਿਲਣ ਦੀ ਸੂਰਤ ਵਿੱਚ ਜੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਜੇ ਬਖਸ਼ਿਸ਼ ਕੀਤੀ, ਭਾਵੇਂ ਹੈ ਸਭ ਕੁਝ ਉਸ ਦੇ ਹੱਥ ਵਿੱਚ ਹੈ, ਜਿਸ ਮਸਤਕ ਭਾਗ ਸੋ ਲਾਗਾ ਸੇ। ਜੇ ਕਿਤੇ ਸੇਵਾ ਦਾ ਮੌਕਾ ਪਾਤਸ਼ਾਹ ਨੇ ਦਿੱਤਾ ਤੇ ਜੋ ਸੰਗਤ ਦੀ ਆਵਾਜ਼ ਹੈ ਕਿ ਸੰਸਥਾ ਆਜ਼ਾਦ ਹੋਵੇ, ਸੰਸਥਾ ਖੁਦ ਮੁਖਤਿਆਰ ਹੋਵੇ ਅਤੇ ਪੰਥਕ ਰੁਤਬਾ ਬਹਾਲ ਕੀਤਾ ਜਾਵੇ। ਇਹ ਮੇਰਾ ਸੰਗਤ ਨਾਲ ਵਾਅਦਾ ਹੋਵੇਗਾ ਕਿ ਮੈਂ ਜ਼ਰੂਰ ਯਤਨ ਕਰਾਂਗੀ ਕਿ ਸਾਰੀ ਕੌਮ ਨੂੰ, ਸਾਰੇ ਪੰਥ ਨੂੰ, ਸਾਰੇ ਵਿਦਵਾਨਾਂ ਨੂੰ, ਸਾਰੇ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਇਸ ਵਿਚਾਰਧਾਰਾ ਦੇ ਨਾਲ ਸੰਗਤ ਦੀ ਰੀਝ ਜਿਹੜੀ ਹੈ ਉਹ ਪੂਰੀ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਇਸ ਕਾਮਕਾਜ ਅਤੇ ਰੋਲ ਨੂੰ ਸਹੀ ਮਾਇਨੇ ਵਿੱਚ ਨੁਮਾਇੰਦਾ ਜਥੇਬੰਦੀ ਵਜੋਂ ਚਲਾ ਕੇ ਪੰਥਕ ਏਕਤਾ ਲਈ ਮਾਹੌਲ ਸਿਰਜਣਾ ਅਤੇ ਪਲੇਟਫਾਰਮ ਤਿਆਰ ਕਰਨਾ ਹੈ। ਕੁਝ ਸਾਂਝੇ ਕੌਮੀ ਮੁੱਦਿਆਂ ਉੱਤੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤੇ ਸਿਆਸੀ ਵਖਰੇਵਿਆਂ ਦੇ ਬਾਵਜੂਦ ਵੱਖ-ਵੱਖ ਸਿੱਖ ਧਿਰਾਂ ਨੂੰ ਇਕੱਠਾ ਕਰਨਾ। ਇਸ ਕਾਰਜ ਲਈ ਗੈਰ ਰਾਜਨੀਤਿਕ ਪਰ ਪ੍ਰਮੁੱਖ ਸਿੱਖ ਹਸਤੀਆਂ ਅਤੇ ਕਾਰਕੁਨਾਂ ਨੂੰ ਵੀ ਇਹਨਾਂ ਯਤਨਾਂ ਵਿੱਚ ਸ਼ਾਮਲ ਕੀਤਾ ਜਾਏਗਾ। ਉਹਦਾ ਕਾਰਨ ਕੀ ਹੈ? ਸਿੱਖ ਜਿਹੜੇ ਹੈ ਇਕੱਲੇ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ, ਸਿੱਖ ਜਿਹੜੇ ਹੈ ਵੱਖ-ਵੱਖ ਪਾਰਟੀਆਂ 'ਚ ਵੀ ਬੈਠੇ ਹੈ। ਸਿੱਖ ਜਿਹੜੇ ਦੇਸ਼ ਵਿੱਚ ਵੀ ਹੈ, ਵਿਦੇਸ਼ ਵਿੱਚ ਵੀ ਹੈ, ਹਰ ਸਟੇਟ ਵਿੱਚ ਵੀ ਹੈ। ਤੇ ਵਰਲਡ ਵਿੱਚ ਬੈਠੇ ਸਿੱਖ ਜਿਹੜੇ ਹੈ ਉਹਦੀ ਜਿਹੜੀ ਝਾਕ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰਹਿੰਦੀ ਹੈ। ਕਰੋੜਾਂ ਅੱਖਾਂ ਸਾਨੂੰ ਦੇਖ ਰਹੀਆਂ ਹੁੰਦੀਆਂ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਆ, ਜਿੰਨੀਆਂ ਪ੍ਰਮੁੱਖ ਸ਼ਖਸੀਅਤਾਂ, ਜਿੰਨੇ ਸਿੱਖ ਸੰਗਤ ਦੁਨੀਆ 'ਚ ਵਸਦੀ ਹੋਵੇ, ਹਰ ਇੱਕ ਦਾ ਸੁਝਾਅ ਲੈ ਕੇ, ਹਰ ਇੱਕ ਨੂੰ ਨਾਲ ਜੋੜ ਕੇ ਇਸ ਸੰਸਥਾ ਨੂੰ ਮਜ਼ਬੂਤ ਕਰਨਾ ਤੇ ਇਸ ਸੰਸਥਾ ਨੂੰ ਹੋਰ ਦੁਨੀਆ ਵਿੱਚ ਵੱਡਾ ਕੀਮਤੀ ਜੋ ਇਤਿਹਾਸ ਹੈ ਉਹ ਉਜਾਗਰ ਕਰਨਾ। ਜਿਹੜੇ ਸਾਂਝੇ ਕੌਮੀ ਮੁੱਦੇ ਹੈ, ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਰੋਲ ਕੇ ਰਹਿ ਗਿਆ, ਬੜਾ ਜ਼ੋਰ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ, ਬੜਾ ਜ਼ੋਰ ਲਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਜੇ ਕਿਤੇ ਸਾਰੇ ਸਿੱਖ ਜਿਸ ਵੀ ਕਿਸੇ ਥਾਂ ਤੇ ਬੈਠੇ ਹੋਣ ਉਹਨਾਂ ਦੀ ਸਾਂਝੀ ਵਿਚਾਰਧਾਰਾ ਬਣ ਜਾਂਦੀ ਤੇ ਸ਼ਾਇਦ ਇਹ ਭਾਰਤ ਸਰਕਾਰ ਦੀ ਹਿੰਮਤ ਨਾ ਪੈਂਦੀ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇੰਨਾ ਲੰਬਾ ਸਮਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾ ਸਕਦਾ। ਜੇ ਅਗਲੀ ਗੱਲ ਦੇਖੀਏ ਤਾਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਅਸੀਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਕਈ ਵਾਰੀ ਸਟੱਪਲਾ ਖਾ ਜਾਂਦੇ ਹਾਂ ਤੇ ਬਹੁਤ ਸਾਰੇ ਦੁਫੇੜ ਪੰਥ ਵਿੱਚ ਪਏ ਹੋਏ ਹੈ। ਕੋਸ਼ਿਸ਼ ਕਰਾਂਗੀ ਕਿ ਸਾਰੇ ਵਿਦਵਾਨਾਂ ਨੂੰ, ਸਾਰੀਆਂ ਸਿੱਖ ਜਥੇਬੰਦੀਆਂ ਨੂੰ, ਸਾਰੇ ਗੁਰਮਤਿ ਦਾ ਜੀਵਨ ਜੀਣ ਵਾਲਿਆਂ ਨੂੰ ਜਾਂ ਸਿੱਖ ਸੋਚ ਰੱਖਣ ਵਾਲਿਆਂ ਨੂੰ, ਸਿੱਖ ਚਿੰਤਕਾਂ ਨੂੰ, ਚੰਗੇ ਜਿਹੜੇ ਸਾਡੇ ਵਿਦਵਾਨ ਹੈ ਉਹਨਾਂ ਨੂੰ ਨਾਲ ਲੈ ਕੇ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹਨੂੰ ਪਹਿਰਾ ਦੇ ਕੇ ਸਾਰੀ ਸੰਗਤ ਦੇ ਵਿੱਚ ਪ੍ਰਚਾਰਿਆ ਜਾ ਸਕੇ, ਤਾਂ ਜੋ ਦੁਫੇੜ ਨਾ ਪੈਦਾ ਹੋ ਸਕਣ, ਪੰਥ ਵਿੱਚ ਇਹ ਰੁਕਾਵਟਾਂ ਨਾ ਪੈ ਸਕਣ। ਜਿਹੜੀਆਂ ਸ਼ਕਤੀਆਂ ਇਹਦੇ ਵਿੱਚ ਨਿਖੇੜਾ ਪਾਉਂਦੀਆਂ ਉਹਨਾਂ ਨੂੰ ਨਿਖੇੜਿਆ ਜਾ ਸਕੇ। ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬ ਦੀ ਪਦਵੀ ਦੀ ਸਰਬ ਉੱਚਤਾ ਅਮਲੀ ਰੂਪ ਵਿੱਚ ਉਸ ਸਮੇਂ ਤੱਕ ਕਾਇਮ ਨਹੀਂ ਹੋ ਸਕਦੀ ਜਦੋਂ ਤੱਕ ਇਸ ਦੇ ਜਥੇਦਾਰ ਦੀ ਪਦਵੀ ਦੀ ਨਿਯੁਕਤੀ, ਸੇਵਾ ਨਿਯਮ ਅਤੇ ਹਟਾਉਣ ਬਾਰੇ ਪੱਕੇ ਨਿਯਮ ਨਹੀਂ ਬਣਦੇ। ਇਸ ਸੰਬੰਧੀ
ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ, ਮਾਨਯੋਗ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਪਿਛਲੇ ਦਿਨਾਂ ਵਿੱਚ ਆਵਾਜ਼ ਉਠਾਈ ਸੀ ਕਿ ਸਿੰਘ ਸਾਹਿਬਾਨਾਂ ਦੀ ਸਾਰੀ ਕੁਆਲੀਫਿਕੇਸ਼ਨ, ਉਹਨਾਂ ਦੇ ਪੱਕੇ ਨਿਯਮ, ਉਹਨਾਂ ਦੀ ਸੇਵਾ ਨਿਯਮ, ਉਹਨਾਂ ਨੂੰ ਨਿਯੁਕਤ ਕਰਨ ਦੀ ਪਦਵੀ ਦੇਣ ਦੀ ਕੁਆਲੀਫਿਕੇਸ਼ਨ, ਸਾਰਾ ਕੁਝ ਇਹ ਜਿਹੜਾ ਨਿਯੁਕਤ ਕੀਤਾ ਜਾਵੇ। ਸਾਡੇ ਕੋਲ ਨਾ ਹੋਣ ਕਰਕੇ ਅਸੀਂ ਕਈ ਵਾਰੀ ਨੁਕਸਾਨ ਵੀ ਪਾ ਜਾਂਦੇ ਹਾਂ। ਸੋ ਇਹ ਸਾਰੇ ਜਿਹੜੇ ਆਦੇਸ਼ ਦਿੱਤੇ ਗਏ ਸੀ ਮਾਨਯੋਗ ਸਿੰਘ ਸਾਹਿਬ ਵੱਲੋਂ, ਜੇ ਸੇਵਾ ਭਾਗਾਂ 'ਚ ਹੋਈ ਤਾਂ ਜ਼ਰੂਰ ਉਹਨਾਂ ਆਦੇਸ਼ਾਂ ਨੂੰ ਪੂਰਾ ਕੀਤਾ ਜਾਏਗਾ। ਨਾਲ ਹੀ ਮੈਂ ਕਹਾਂਗੀ ਕਿ ਬੜਾ ਅਫਸੋਸ ਹੈ ਮੈਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬਾਨਾਂ ਦੇ ਦਿੱਤੇ ਹੋਏ ਆਦੇਸ਼ ਨੂੰ ਤੁਰੰਤ ਮੰਨਣਾ ਹੁੰਦਾ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕੁਤਾਹੀ ਕਰ ਜਾਵੇ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਉਸ ਆਦੇਸ਼ ਨੂੰ ਨਾ ਮੰਨੇ ਤਾਂ ਫਿਰ ਸਿੰਘ ਸਾਹਿਬਾਨਾਂ ਦੇ ਰੁਤਬੇ ਦੇ ਉੱਤੇ ਸਤਿਕਾਰ ਦੇ ਵਿੱਚ ਫਰਕ ਪੈਂਦਾ। ਮੈਂ ਸਮਝਦੀ ਹਾਂ ਕਿ वंचित नगर निवासी सतीश कुमार सचदेवा ਵੱਲੋਂ ਆਪਣੇ ਬੇਟੇ गौरव सचदेवा ਦੇ ਵਿਦੇਸ਼ ਤੋਂ ਆਉਣ ਦੀ ਖੁਸ਼ੀ ਵਿੱਚ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। इस मौके जतिंदर शर्मा एंड पार्टी जलंधर वालियां ने मां भगवती दी महिमा का गुणगान करके हाजिर भगतां नूं झूमण लई मजबूर किया। इस मौके दैनिक सवेरा के मुख संपादक श्री शीतल विज ने बतौर मुख मेहमान शिरकत करके मत्था टेकिया और आशीर्वाद प्राप्त किया। श्री शीतल विज नूं सचदेवा परिवार वालों मां दी चुनरी दे के विशेष तौर पर सन्मानित किया गया। इस दौरान वीना कुमारी, सौरभ सहदेव, निवेदिता सहदेव, रूपाली सचदेवा, प्रथम सचदेवा, सक्षम सचदेवा, गरेस सचदेवा, ज्ञान सचदेवा ते होर बहुत सारे भगत मौजूद सन। अर्बन एस्टेट फेज 2 विच स्थित चोपड़ा परिवार के निवास स्थान ते मां भगवती जी के जागरण का आयोजन श्रद्धा भावना नाल किया गया। इस मौके आई हुई प्रसिद्ध भजन मंडली अमित वर्मा एंड पार्टी ने मां भगवती की महिमा का गुणगान करके हाजिर भगतां नूं झूमण लई मजबूर कर दिता। इस दौरान दैनिक सवेरा के मुख संपादक श्री शीतल विज ने बतौर मुख मेहमान शिरकत की और मत्था टेक के आशीर्वाद प्राप्त किया। इस मौके चोपड़ा परिवार वालों मुख मेहमान शीतल विज नूं मां दी चुनरी दे के सन्मानित किया गया। जलंधर की पवित्र धरती के ਵੱਖ-ਵੱਖ शक्तिपीठां तो विशेष तौर पर लियांदियां माता दियां 21 पवित्र जोतां के दर्शन करके अपने जीवन के मूल उद्देश की पूर्ति की। अलौकिक छां बिखेरदा माता का पवित्र दरबार सब की खिच का केंद्र बनिया। सैकड़े श्रद्धालुओं ने माता की जोत के दर्शन किए। इस शुभ मौके जय मां सेवा संघ वालों नकोदर रोड ते भगवान वाल्मीकि चौक विखे आयोजित 16वीं माता की चौंकी मेला देखने को मिलिया। इस मौके गायक कलेरकंठ और संदीप सूद ने अपने भजनों राही सैकड़े श्रद्धालुओं के दिलों में गायकी की अमिट छाप छड्डी। देर रात तक संगतां इन्हां दोहां गायकों के भजन ते झूमदियां नजर आईयां।
इस मौके दैनिक सवेरा के मुख्य संपादक श्री शीतल विज, विधायक रमन अरोड़ा, साबका CPS KD भंडारी, श्री देवितलाभ मंदिर के मुख्य सेवादार रमन शर्मा, अजय लाली, अशोक भंडारी, पुलकित भंडारी, राजीव दुग्गल मुख्य मेहमान वजों शामिल होए ਅਤੇ आशीर्वाद प्राप्त किया। इस मौके प्रधान हेमंत सरीन, विकी शर्मा, बॉबी शर्मा, अजय लाली, रोबिन कनौजिया, सौरभ शर्मा, श्यामलाल मंडी वाले, रणदीप सूरी, मनिंदर राणा भी हाजिर सन। मैया
ਮੰਦਿਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ੇਸ਼ ਹਫ਼ਤਾਵਾਰੀ ਯੱਗ ਦਾ ਆਯੋਜਨ ਕਰਵਾਇਆ ਗਿਆ। ਆर्य समाज के मुखी श्री रंजीत आर्य जी की प्रधानगी हेठ यह हवन करवाया गया। इस मौके मुख्य यजमान राजीव कुंद्रा ते रेनू कुंद्रा ने पवित्र वेद मंत्रा नाल यज्ञ विच आहूतियां पाईयां। आचार्य जयप्रकाश शास्त्री वल्लों इस यज्ञ नूं विधि विधान दे नाल संपूर्ण कराया गया। आर्य समाज के प्रसिद्ध भजन गायिका सोनू भारती, रवि पोडवाल अते सुरिंदर सिंह गुलशन ने भगती दे गीत सुना के सब नूं मंत्रमुग्ध कर दिता अते माहौल नूं भगतीमई बनाया। प्रधान रंजीत आर्य वल्लों आई होर संगतां दा धन्नवाद किया। इस दौरान महामंत्री हर्ष लखनपाल भी मौजूद सन। इस मौके ईश्वर चंद्र रामपाल, अश्वनी डोगरा, ओम प्रकाश मेहता, अनु आर्या, चौधरी हरिचंद, सनीत भाटिया, वेद प्रकाश भाटिया, विजय चावला, सुभाष आर्या, इंदू आर्या, अनिल कोहली, सुभाष मेहता, प्रमोद तिवाड़ी, अमरनाथ बैजनाथ, ललित मोहन कालिया। इस मौके ईश्वर चंद्र रामपाल, अश्वनी डोगरा, ओम प्रकाश मेहता, अनु आर्या, चौधरी हरिचंद, सनीत भाटिया, वेद प्रकाश भाटिया, विजय चावला, सुभाष आर्या, इंदू आर्या, अनिल कोहली, सुभाष मेहता, प्रमोद तिवाड़ी, अमरनाथ बैजनाथ, ललित मोहन कालिया, प्रदीप शर्मा ते होर संगतां मौजूद सन। मन क्या है, कई बार कहते हैं मन वश में नहीं आता। आपने एक लाइन सुनी होगी, जैसा खाओ अन्न वैसा बने मन। मन वश में आता है, परंतु हमारा पहला आहार शुद्ध होना चाहिए, खाना पवित्र होना चाहिए, शुद्ध होना चाहिए। कहते हैं जो कुछ हम खाते हैं उसका जो स्थूल भाग है वो मल बनता है, उसका जो मध्यम भाग है उससे हमारा शरीर बनता है, और जो उसका सूक्ष्म भाग है वो क्या बनता है, मन बनता है। इसलिए जो है हमारा अन्न शुद्ध होना चाहिए, तभी जो है हमारा मन शुद्ध होगा, और जब मन शुद्ध होगा हमारे विचार शुद्ध होंगे। वाणी की वहाँ सनत कुमार जी ने कहा ना नारद मुनि को, वाणी की महत्ता, वाणी भी तभी अच्छे निकलेंगे जब हमारे मन, वाणी में जो कुछ मन में विचार आएगा हम वाणी से उसका प्रगटाव करते हैं। तो अन्न की शुद्धि की बात कही गई और इसका बड़ा ही जोर दिया गया। महाभारत में आप जानते हैं जो है पांडव पहुंचते हैं, द्रौपदी भी पहुंचती साथ में भीष्म पिताजी के पास। भीष्म पितामह जो शरशैया पर लेटे हुए हैं, कहते हैं हमें कुछ उपदेश दीजिए। तो भीष्म पितामह उस समय जो धर्म कर्म की बहुत सारी बातें कर रहे थे, तब द्रौपदी ने कहा पितामह आपकी ये जो सारी धर्म कर्म की जो बातें हैं उस समय कहाँ पर थी, जब भरी सभा में मेरा अपमान हो रहा था, मेरी इज्जत उतारी जा रही थी। तो पितामह भीष्म कहते हैं उस समय मेरे अंदर दुर्योधन के पाप का अन्न का असर था, इसके कारण मैं उसका विरोध नहीं कर पाया, पर अर्जुन की तीरों ने अब सारा जो है उसका अन्न पाप का जो है निकल चुका है, इसलिए मेरे मुंह से ये वाणी निकल रही है। यानी कि हमारा मन शुद्ध होगा तो जीवन में प्रत्येक कार्य शुद्ध होंगे, पवित्र होंगे। मन की बड़ी महिमा शास्त्रों में गाई गई कि हम जो कुछ भी उत्पादन है, मन कहते हैं 10 इंद्रियों का राजा है, 5 ज्ञानेंद्रियां हैं और 5 कर्मेंद्रियां, उनका जो राजा है वो है हमारा मन है।
कहते हैं कि ऋषिवर दयानंद सरस्वती जी ने एक ग्रंथ लिखा ऋग्वेदादि भाष्य भूमिका, उसमें लिखते हैं कि हम जो है उपासना यानी परमात्मा की उपासना करते हैं, तो कहते हैं दुष्ट मनुष्य को परमात्मा की उपासना की सिद्धि नहीं हो सकती। क्यों? क्योंकि जब तक मनुष्य दुष्ट कामों से अलग होकर अपने मन को शांत, आत्मा को पुरुषार्थ नहीं करता और अपने व्यवहार को शुद्ध नहीं करता, तब तक कितना मर्जी वो पढ़ा लिखा हो, जितना मर्जी सुने पढ़े, उसको परमेश्वर की प्राप्ति नहीं हो सकती। यानी कि हमारे व्यवहार की शुद्धि और मन की शुद्धि आवश्यक है। और ये मन जो है, ਇਸੇ ਅੱਜ ਦੀਆਂ ਖਾਸ ਖਬਰਾਂ ਵਧੇਰੇ ਜਾਣਕਾਰੀ ਦੇ ਲਈ ਜੁੜੇ ਰਹੋ ਸਵੇਰਾ ਟੀਵੀ ਜਲੰਧਰ ਦੇ ਨਾਲ। ਕੀ ਮੱਖੀਆਂ ਮਾਰੀ ਜਾਂਦੇ ਪਿਓ ਤੁਸੀਂ? ਉਹ ਭਾਜੀ ਮੱਖੀਆਂ ਹੀ ਮਾਰਨੀਆਂ। ਵਾਈਟ ਡਾਇਮੰਡ ਕੈਲੀਫੋਰਨੀਆ ਵਾਲੇ ਡਰਾਈ ਫਰੂਟ ਦਾ ਸਾਰਾ ਗਾਹ ਖਿੱਚ ਕੇ ਲੈ ਗਏ। ਸਾਡੀ ਐਤਕੀ ਦੀਵਾਲੀ ਲੱਗੀ ਨਹੀਂ। ਕਰਦਾ ਆਇਆ ਹੋਰ, ਵਾਕਈ ਹਾਲ ਤੇ ਮਾੜਾ ਹੀ ਹੈ। ਹੈਲੋ ਹਾਂਜੀ, ਵਾਈਟ ਡਾਇਮੰਡ ਤੋਂ ਬੋਲ ਰਹੇ ਜੀ? ਹਾਂਜੀ ਮੈਂ ਵਾਈਟ ਡਾਇਮੰਡ ਤੋਂ ਬੋਲ ਰਿਹਾ ਜੀ। ਉਹ ਭਾਜੀ ਕਿੰਨਾ ਸਸਤਾ ਮਾਲ ਵੇਚਦੇ ਪਿਓ, ਕੀ ਬਣੇਗਾ ਸਾਡਾ? ਮੇਰਾ ਮਕਸਦ ਹੈ ਕਿ ਮੈਂ ਜਨਤਾ ਨੂੰ ਰੀਜ਼ਨੇਬਲ ਪ੍ਰਾਈਸਿਸ ਤੇ ਚੰਗਾ ਮਾਲ ਪ੍ਰੋਵਾਈਡ ਕਰਾਂ। ਜਿਸ ਰੇਟ ਤੇ ਤੁਸੀਂ ਵੇਚਦੇ ਪਏ ਨਾ, ਉਸ ਰੇਟ ਤੇ ਤਾਂ ਸਾਨੂੰ ਕਾਸਟ ਵੀ ਨਹੀਂ ਕਰਦਾ। ਮੈਂ ਜੀ ਕੈਲੀਫੋਰਨੀਆ ਦੇ ਵਿੱਚ ਖੁਦ ਸਾਰਾ ਮਾਲ ਖੇਤੀ ਆਪ ਕਰਦਾ, ਅਸੀਂ ਆਪ ਪੈਦਾ ਕਰਦੇ ਹਾਂ, ਤਾਂ ਡਾਇਰੈਕਟਲੀ ਇੱਥੇ ਵਾਈਟ ਡਾਇਮੰਡ ਤੇ ਲਿਆ ਕੇ ਅਸੀਂ ਵੇਚਦੇ ਹਾਂ। ਭਾਜੀ ਅਸੀਂ ਕਿੱਥੋਂ ਰੋਟੀ ਖਾਵਾਂਗੇ? ਸਾਡਾ ਵੀ ਕੁਝ ਸੋਚੋ ਨਾ। ਦੇਖੋ ਜੀ, ਤੁਸੀਂ ਸਾਡੇ ਕੋਲੋਂ ਹੋਲਸੇਲ 'ਚ ਮਾਲ ਖਰੀਦੋ, ਚੰਗਾ ਮਾਲ ਖਰੀਦੋ ਤੇ ਜਨਤਾ ਨੂੰ ਚੰਗਾ ਮਾਲ ਪ੍ਰੋਵਾਈਡ ਕਰੋ, ਤਾਂ ਉਹ 'ਚ ਤੁਹਾਡਾ ਵੀ ਫਾਇਦਾ ਹੋਏਗਾ ਤਾਂ ਜਨਤਾ ਦਾ ਵੀ ਫਾਇਦਾ ਹੋਏਗਾ। ਆਪਾਂ ਹੁਣੇ ਆਏ ਜੀ। ਕੀ ਕਹਿੰਦੇ? ਗੱਲ ਹੀ ਬਣ ਗਈ। ਉਹ ਵਾਈਟ ਡਾਇਮੰਡ ਵਾਲੇ ਕਹਿੰਦੇ ਨੇ ਕਿ ਅਸੀਂ ਹੋਲਸੇਲ ਦਾ ਕੰਮ ਵੀ ਕਰਦੇ ਹਾਂ, ਤੁਸੀਂ ਸਾਡੇ ਕੋਲ ਡਰਾਈ ਫਰੂਟ ਲਓ, ਲੋਕਾਂ ਨੂੰ ਵੇਚੋ ਤੇ ਆਪਣਾ ਪ੍ਰੋਫਿਟ ਕਮਾਓ। ਆਓ ਚਲਿਏ ਫਿਰ। ਚਲੋ ਐ ਸਾਡੇ ਹੁਣ ਕਿਸ ਕੰਮ ਛੁੱਟੋ ਲੋ। ਇਹ ਇੱਕ ਹੋਰ ਵੀ ਮਾਫੀਆ ਹੈ। ਜੇਕਰ ਇਨਕੁਆਇਰੀ ਹੋਊਗੀ ਤਾਂ ਇੱਕ ਕੇਬਲ ਮਾਫੀਆ ਵੀ ਆਊਗਾ ਬਹੁਤ ਵੱਡਾ, ਤੇ ਕਿਸੇ ਨੂੰ ਬੀੜ ਦੇਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਨਿੱਜੀ ਤੌਰ ਤੇ ਖਰੀਦਣਾ ਸੀਗਾ। ਵਿਧਾਨ ਸਭਾ 'ਚ ਗੂੰਜਿਆ ਕੇਬਲ ਮਾਫੀਆ ਦਾ ਮੁੱਦਾ। ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ ਮਸਲਾ। ਐਮਐਲਏ ਬੋਲੇ ਨਿੱਜੀ ਮੁਨਾਫੇ ਲਈ ਕਿਸੇ ਨੂੰ ਨਹੀਂ ਦਿੱਤੀ ਗਈ ਬਿੱਟ। ਹੁਣ ਸਰਕਾਰ ਕੱਸੇਗੀ ਕੇਬਲ ਮਾਫੀਆ ਤੇ ਸ਼ਿਕੰਜਾ। ਬੰਦ ਹੋਵੇਗੀ ਫਾਸਟਵੇ ਦੀ ਧੱਕੇਸ਼ਾਹੀ। ਮਾਨ ਸਰਕਾਰ ਨੇ ਕੀਤਾ ਸੀ ਕੇਬਲ ਮਾਫੀਏ ਦੇ ਖਾਤਮੇ ਦਾ ਵਾਅਦਾ। ਹੁਣ ਚੌਪਟ ਹੋਵੇਗਾ ਬਲੈਕਮੇਲਰਾਂ ਦਾ ਕਾਰੋਬਾਰ। ਕੇਬਲ ਆਪਰੇਟਰਾਂ ਨੂੰ ਇਕੱਠੇ ਕਰਕੇ ਇੱਕ ਸਿਆਸੀ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿੰਦਾ ਸੀ ਫਾਸਟਵੇ। ਪੰਜਾਬ ਸਰਕਾਰ ਕੇਬਲ ਮਾਫੀਆ ਦੇ ਉੱਪਰ ਸ਼ਿਕੰਜਾ ਕੱਸਣ ਵੱਲ ਵਧ ਰਹੀ ਹੈ। ਇਸੇ ਲਈ ਅੱਜ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ। ਐਮਐਲਏ ਕੁੰਵਰ ਵਿਜੇ ਪ੍ਰਤਾਪ ਨੇ ਕੇਬਲ ਮਾਫੀਆ ਦੀ ਗੱਲ ਕੀਤੀ ਅਤੇ ਕਿਹਾ ਕਿ ਨਿੱਜੀ ਮੁਨਾਫੇ ਦੇ ਵਾਸਤੇ ਕਿਸੇ ਨੂੰ ਬਿੱਡ ਹੀ ਨਹੀਂ ਦਿੱਤੀ ਜਾ ਰਹੀ ਸੀ, ਜਿਸ ਦੇ ਉੱਪਰ ਜਲਦ ਕਾਰਵਾਈ ਦਾ ਭਰੋਸਾ ਵੀ ਦਿਵਾਇਆ ਗਿਆ ਹੈ ਤੇ ਜੋ ਫਾਸਟਵੇ ਧੱਕੇਸ਼ਾਹੀ ਕਰ ਰਿਹਾ ਸੀ ਉਹ ਵੀ ਬੰਦ ਹੋਵੇਗੀ। ਦੱਸਦੀ ਕਿ ਚੋਣਾਂ ਤੋਂ ਪਹਿਲਾਂ ਹੀ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹੋਰ ਮਾਫੀਆ ਦੇ ਨਾਲ-ਨਾਲ ਕੇਬਲ ਮਾਫੀਆ ਨੂੰ ਵੀ ਪੰਜਾਬ 'ਚੋਂ ਖਤਮ ਕੀਤਾ ਜਾਏਗਾ, ਜਿਸ ਦੇ ਨਾਲ ਕੇਬਲ ਆਪਰੇਟਰ ਅਤੇ ਗਾਹਕਾਂ ਦਾ ਫਾਇਦਾ ਹੋਏਗਾ ਤੇ ਲੋਕਾਂ ਨੂੰ ਸਸਤੀ ਕੇਬਲ ਮੁਹੱਈਆ ਹੋਵੇਗੀ। ਤੇ ਇਸੇ ਵਾਅਦੇ ਦੇ ਉੱਪਰ ਹੁਣ ਮਾਨ ਸਰਕਾਰ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਦੱਸਦੀ ਕਿ ਫਾਸਟਵੇ ਦੇ ਵੱਲੋਂ ਲਗਾਤਾਰ ਆਪਣੀ ਮੋਨੋਪੋਲੀ ਬਣਾ ਕੇ ਰੱਖੀ ਹੋਈ ਸੀ। ਕੇਬਲ ਆਪਰੇਟਰਾਂ ਨੂੰ ਇਕੱਠਾ ਕਰਕੇ ਚੋਣਾਂ ਦੇ ਦਿਨਾਂ ਦੇ ਵਿੱਚ ਇੱਕ ਸਿਆਸੀ ਪਾਰਟੀ ਨੂੰ ਵੋਟਾਂ ਪਾਉਣ ਲਈ ਵੀ ਕਿਹਾ ਜਾਂਦਾ ਸੀ, ਲੇਕਿਨ ਹੁਣ ਵਕਤ ਬਦਲ ਚੁੱਕਿਆ ਹੈ, ਸਰਕਾਰ ਬਦਲ ਚੁੱਕੀ ਹੈ ਤੇ ਹੁਣ ਕੇਬਲ ਮਾਫੀਆ ਦਾ ਖਾਤਮਾ ਹੋਣ ਜਾ ਰਿਹਾ ਹੈ। ਇਹ ਇੱਕ ਹੋਰ ਵੀ ਮਾਫੀਆ ਹੈ। ਜੇਕਰ ਇਨਕੁਆਇਰੀ ਹੋਊਗੀ ਤਾਂ ਇੱਕ ਕੇਬਲ ਮਾਫੀਆ ਵੀ ਆਊਗਾ ਬਹੁਤ ਵੱਡਾ, ਤੇ ਕਿਸੇ ਨੂੰ ਬੀੜ ਦੇਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਨਿੱਜੀ ਤੌਰ ਤੇ ਖਰੀਦਣਾ ਸੀਗਾ। ब्यूरो रिपोर्ट दैनिक सवेरा टीवी। दैनिक सवेरा, नया सवेरा, नई खबर। हम रखते हैं दुनिया की खबर, हम लाते हैं देश की खबर, हर प्रदेश की खबर, हर धर्म हर विश्वास की खबर, कारोबारी दुनिया की खबर, खूबसूरती पे नजर, फिल्मी दुनिया की खबर, खेल कूद की खबर, कुछ खास खबर। दैनिक सवेरा,
नया सवेरा नई खबर। आज की ताजा खबर।